लिस्ट अनाउंस की है ਜਿਹੜੇ ਇਲੈਕਸ਼ਨ ਜਿਹੜੇ ਆਉਣ ਵਾਲੇ ਹੈ ਉਹਦੇ ਵਿੱਚ ਇਹ ਉਤਾਰ ਦਿੱਤੇ ਗਏ ਹੈ। ਬੇਸ਼ੱਕ ਜਿਹੜੀਆਂ ਮਸ਼ੀਨਾਂ ਹੈਗੀਆਂ EVM ਉਹਦੇ ਉੱਤੇ ਲੋਕਾਂ ਨੂੰ ਅਜੇ ਤੱਕ ਇਤਬਾਰ ਨਹੀਂ ਹੈ, ਪਰ ਕਿਉਂਕਿ ਅਸੀਂ ਹਮੇਸ਼ਾ ਜਮਹੂਰੀਅਤ ਪਸੰਦ ਹੋਣ ਦੇ ਨਾਤੇ ਇਲੈਕਸ਼ਨਾਂ ਹਿੱਸਾ ਲੈ ਰਹੇ ਹਾਂ। साढ़े कैंडिडेट्स की लिस्ट अंमृतसर अजनाले तो हैगी है सर अमरीक सिंह नंगल, बाबा बकाले तो है बाबा नत्था सिंह, मजीठे तो है कुलवंत सिंह कोटला, बरनाले तो है भदौड़ तो हरबंस सिंह हंस, फरीदकोट तो है जेतो तो गुरदीप सिंह ढुड्डी, कोटकपूरे तो जसकरण सिंह कान सिंह वाले, फतेहगढ़ साहब तो है सरदार इमाम सिंह, ते बसी पठाने तो है धर्म सिंह कलौड़, फाजिलका तो है अबोड़ तो है बरजिंदर सिंह, ते बल्लूआने तो है सुरिंदर सिंह, फिरोजपुर तो है फिरोजपुर अर्बन इतों है तजिंदर सिंह दिओल, ते गुरु हरसाहिब तो है जतिंदर सिंह थिंग, जीरे तो है इकबाल सिंह चब्बा। गुरदासपुर दियाँ 2 सीटां जे असी कवर कीतियां, बटाले तो है डॉक्टर गुरबचन सिंह पवार, ते कादियां तो है जतिंदर वीर सिंह पन्नू, हुशियारपुर तो है टांडे तो उरमर तो मास्टर कुलदीप सिंह, कपूरथले तो है भलक तो है रजिंदर सिंह फौजी, ते कपूरथले तो है नरिंदर सिंह खुसरोपुर। फगवाड़े तो है सुच्चा सिंह बिशनपुर, सुल्तानपुर लोधी तो है मुख्तियार सिंह डडवाणी, लुधियाने तो खन्ने तो है परमजीत सिंह रिंका, पैल तो है रामपाल सिंह, दौलतपुर लुधियाना ईस्ट तो है जसवंत सिंह चीमा, समराले तो है वरिंदर सिंह सेखो, सान्नेवाल तो है अमृतपाल सिंह छंदरा, जलंधर तो है कैंट तो गुरमुख सिंह, नकोदर तो है सूबेदार मेजर सिंह, शाहकोट तो है सुखचैन सिंह सलखन सिंह, पठानकोट तो है करतार सिंह, मानसा तो बुढ़लाडे तो है दर्शन सिंह दलेर, ते मानसा तो है सा गुरसेवक सिंह जवारके, मोके धर्मकोट तो है बलराज सिंह खालसा, मौके तो है मनजीत सिंह मल्ला, ते निहाल सिंह वाले तो है बलदेव सिंह गगड़ा, पटियाला राजपुरे तो है जगजीत सिंह खालसा, पटियाला देहाती तो है प्रोफैसर महेंद्रपाल सिंह जी, समाणे तो है राजपाल सिंह भिंडर, रोपड़ तो है सा कुलदीप सिंह भागोवाल, साहिबजादा जीत सिंह नगर तो है बंगिया तो बंगे बंगे नवे शहर तो है मोहन सिंह दारपुर, संगरूर तो है दिड़बे तो मनदीप सिंह हिराओ, संगरूर तो है गुरनाम सिंह रामपुरा, सुनाम तो है अमृतपाल सिंह लौंगोवाल, तरन तारण साहब के जिले तो खेप करन तो है सरदार हरपाल सिंह बलेर। ये लिस्ट है जी, मेरा कल 41 ने, चलो 43 हो गए। ਜਿਹੜੇ घट गिनती सिखां दे हैगे ज़्यादा, उन्हां दे हैगे बरगाड़ी
ਬਹਿਬਲ ਕਲਾਂ, ਬੁਰਜ, ਜਵਾਹਰ ਸਿੰਘ ਵਾਲਾ, ਕੋਟਕਪੂਰਾ, ਜਿੱਥੇ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, 2 ਸਿੰਘ ਸ਼ਹੀਦ ਕੀਤੇ ਗਏ ਹੈ, ਕੋਟਕਪੂਰੇ ਦੇ ਵਿੱਚ ਕਤਲੇਆਮ ਹੋਈ ਹੈ ਤੇ ਇਹ ਲਾਠੀਚਾਰਜ ਹੋਏ ਹੈ। PCI ਸਿੱਖਾਂ ਦੀ ਪਾਰਲੀਮੈਂਟ, ਉਹਦੇ ਇਲੈਕਸ਼ਨ ਹਰੇਕ 5 ਸਾਲ ਤੋਂ ਬਾਅਦ ਹੋਣੇ ਚਾਹੀਦੇ ਹੈ, ਪਰ ਜਿਹੜੇ ਹੁਣ 11 ਸਾਲ ਤੋਂ ਨਹੀਂ ਹੋਏ। ਇਹ ਬਹੁਤ ਵੱਡਾ ਮੁੱਦਾ ਹੈਗਾ ਸਾਡਾ। ਫਿਰ ਬਲੂ ਸਟਾਰ ਦਾ ਮੁੱਦਾ ਹੈ ਕਿ ਅਜੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ। ਜਿਹੜਾ ਇਹ ਸਿੱਖ ਰੈਫਰੈਂਸ ਲਾਇਬ੍ਰੇਰੀ ਚੋਰੀ ਕਰਕੇ ਫੌਜ ਲੈ ਗਈ ਸੀਗੀ ਅਤੇ ਦਰਬਾਰ ਸਾਹਿਬ ਦਾ ਤੋਸ਼ਾਖਾਨਾ ਜਿਹੜਾ ਚੋਰੀ ਕਰਕੇ ਫੌਜ ਲੈ ਗਈ ਸੀ, ਉਹ ਸਾਡੇ ਕੋਲ ਵਾਪਸ ਅਜੇ ਤੱਕ ਨਹੀਂ ਆਇਆ। ਫਿਰ ਰਾਜੀਵ ਗਾਂਧੀ ਨੇ ਜਿਹੜੀ ਕਤਲੇਆਮ ਦਿੱਲੀ ਤੇ ਸਾਰੇ ਇੰਡੀਆ ਦੇ ਵਿੱਚ ਸਿੱਖਾਂ ਦੀ ਕਰਾਈ ਸੀ, ਅਜੇ ਤੱਕ ਉਹਦਾ ਸਿੱਟਾ ਨਹੀਂ ਨਿਕਲਿਆ। ਹੁਣ ਇੱਥੇ ਆ ਜਾਂਦੀ ਆ ਆਮ ਆਦਮੀ ਪਾਰਟੀ। ਕੇਜਰੀਵਾਲ ਸਾਹਿਬ ਕਹਿੰਦੇ ਹੈ ਕਿ ਇੱਕ ਮੌਕਾ ਮੈਨੂੰ ਦਿਓ। ਅਸੀਂ ਉਹਨਾਂ ਨੂੰ ਪੁੱਛਦੇ ਹਾਂ ਕਿ ਦਿੱਲੀ ਦੇ ਵਿੱਚ ਜਿਹੜਾ ਰਾਜੀਵ ਗਾਂਧੀ ਨੇ 1984 ਦੇ ਵਿੱਚ ਕਤਲੇਆਮ ਸਿੱਖਾਂ ਦਾ ਕਰਾਇਆ ਹੈ, ਉਹਦਾ ਤੁਸੀਂ ਅਸੈਂਬਲੀ ਦੇ ਵਿੱਚ ਤਾਂ ਮਤਾ ਹੀ ਨਹੀਂ ਪਾਸ ਕੀਤਾ, ਨਾ ਅਜੇ ਤੱਕ ਕੋਈ ਕਮਿਸ਼ਨ ਬਣਾਇਆ ਕਿ ਉਹਦੀ ਇਨਕੁਆਇਰੀ ਹੋ ਜੇ। ਅਤੇ ਤੁਹਾਡਾ ਕੀ ਦਾਅਵਾ ਹੈਗਾ ਕਿ ਤੁਸੀਂ ਪੰਜਾਬ ਦੇ ਵਿੱਚ ਇਹ ਮਸਲੇ ਹੱਲ ਜਿਹੜੇ ਮੈਂ ਹੁਣੇ ਉੱਤੇ ਕੀਤੇ ਹੈ, ਇਹ ਕਿਵੇਂ ਹੱਲ ਕਰ ਸਕੋਗੇ ਜਦੋਂ ਤੁਸੀਂ ਆਪਣੀ ਸਰਕਾਰ ਦੇ ਵਿੱਚ ਬੈਠ ਕੇ ਜਿਹੜੇ ਸਿੱਖ ਘੱਟ ਗਿਣਤੀ ਦੇ ਮਸਲੇ ਸੀ ਉਹ ਤਾਂ ਤੁਸੀਂ ਹੱਲ ਹੀ ਨਹੀਂ ਕੀਤੇ ਹੈਗੇ, ਨਾ ਉਹਦੀ ਗੱਲ ਕੀਤੀ ਹੈ ਅਤੇ ਨਾ ਤੁਹਾਡੀ ਵਜ਼ਾਰਤ ਦੇ ਵਿੱਚ ਕੋਈ ਸਿੱਖਾਂ ਦਾ ਵਜ਼ੀਰ ਹੈ। ਅਤੇ ਇੱਥੇ ਫਿਰ ਸਿੱਖਾਂ ਤੋਂ ਬਗੈਰ ਕਿਵੇਂ ਗੱਡਾ ਰਿੜੂਗਾ? ਇਹ ਤਾਂ ਬੜਾ ਸੀਰੀਅਸ ਕੁਐਸਚਨ ਹੈ ਕਿ ਜੇ ਦਿੱਲੀ ਦੀ ਸੈਂਟਰ ਦੀ ਸਰਕਾਰ ਦੀ ਕੈਬਨਿਟ ਦੇ ਵਿੱਚ ਕੋਈ ਸਿੱਖ ਹੈ ਨਹੀਂ ਗਾ, ਨਾ ਸਿਕਿਉਰਿਟੀ ਕਮੇਟੀ ਜਿਹੜੀ ਪ੍ਰਾਈਮ ਮਿਨਿਸਟਰ ਦੀ ਹੁੰਦੀ ਹੈ ਉਹ ਸਿੱਖ ਹੈਗਾ, ਤਾਂ ਜਿਹੜੇ ਉਹਦੇ ਸਿੱਖਾਂ ਨੂੰ ਸੈਂਟਰ 'ਚ ਮਿਲਦੇ ਸੀ ਫੋਰਨ ਅਫੇਅਰਸ, ਡਿਫੈਂਸ, ਫਿਰ ਹੋਮ, ਗ੍ਰਹਿ ਅਤੇ ਚੌਥਾ ਸੀਗਾ ਇਹ ਫਾਈਨੈਂਸ। ਇਹ ਤਾਂ ਕੋਈ ਵੀ ਸਿੱਖਾਂ ਨੂੰ ਕੋਈ ਅਹੁਦਾ ਹੀ ਨਹੀਂ ਦਿੱਤਾ ਉੱਥੇ ਦਾ ਸਾਡਾ। ਅਤੇ ਨਾ ਹੀ ਕੇਜਰੀਵਾਲ ਸਾਹਿਬ ਨੇ ਸਾਡੀ ਪੁਸ਼ਟੀ ਕੀਤੀ ਹੈ, ਨਾ ਆਪਣੀ ਸਰਕਾਰ ਦੇ ਵਿੱਚ ਸਾਨੂੰ ਕੋਈ ਥਾਂ ਦਿੱਤੀ ਹੈ। ਅਤੇ ਇੱਥੇ ਆ ਕੇ ਫਿਰ ਕੀ ਦੇਣਗੇ? ਅਕਸਰ ਇਹ ਘੱਟ ਗਿਣਤੀ ਨੂੰ ਇੱਡੇ ਵੱਡੇ ਮੁਲਕ 'ਚ ਜਿੱਥੇ ਮੈਜੋਰਟੇਰੀਅਨਿਜ਼ਮ ਹੁੰਦੀ ਹੈ, ਜਿੱਥੇ ਮੈਜੋਰਿਟੀ ਦੀ ਇਹ ਵੱਧ ਗਿਣਤੀ ਸੁਪਰੀਮ ਕੋਰਟ ਦੇ ਵਿੱਚ ਵੀ ਹੈ, ਉੱਥੇ ਕੋਈ ਜੱਜ ਨਹੀਂ ਹੈ ਸਿੱਖ। ਜਿੰਨੀਆਂ ਵੀ ਹਾਈ ਕੋਰਟਸ ਹੈਗੀਆਂ ਦੇਸ਼ ਦੇ ਵਿੱਚ, ਉੱਥੇ ਚੀਫ ਜਸਟਿਸ ਸਿੱਖ ਹੈ ਨਹੀਂ ਗਾ। ਜਿਹੜੀ ਐਗਜ਼ੈਕਟਿਵ ਹੈ, ਜਿਹੜੀ ਫੌਜ ਹੈ, ਮਿਲਟਰੀ ਹੈ, ਉਹਦੇ ਵਿੱਚ ਸਾਨੂੰ ਕੋਈ ਵੀ ਸਿੱਖ ਨਹੀਂ ਦਿਖਦਾ ਜਿਹੜਾ ਸੈਕਟਰੀ ਟੂ ਗਵਰਨਮੈਂਟ ਆਫ ਇੰਡੀਆ ਹੋਵੇ। ਫਿਰ ਆਉਂਦੀ ਹੈਗੀ ਹੈ ਲੈਜਿਸਲੇਚਰ 543 ਹੈ, ਉਹਦੇ ਵਿੱਚ ਸਾਡੀ ਨੁਮਾਇੰਦਗੀ ਨਹੀਂ ਕਿਤੇ ਹੈਗੀ, ਅਤੇ ਅਸੀਂ ਕਰੀਏ ਕੀ? ਕਿੱਥੇ ਜਾਣ ਸਿੱਖ? ਅਤੇ ਪ੍ਰੈਸ ਦੇ ਵਿੱਚ ਵੀ ਸਾਨੂੰ ਕੋਈ ਜਗ੍ਹਾ ਅੰਗਰੇਜ਼ੀ ਪ੍ਰੈਸ ਦੀ ਨਹੀਂ ਮਿਲਦੀ। ਅੱਜ ਵੀ ਤੁਸੀਂ ਦੇਖ ਲਿਓ ਕਿ ਸਿਮਰਨਜੀਤ ਸਿੰਘ ਮਾਨ ਨੂੰ ਇੰਡੀਆ ਦੀ ਪ੍ਰੈਸ ਅਤੇ ਮੀਡੀਆ ਸ਼ੂਦਰ ਸਮਝਦੀ ਹੈ। ਹੁਣ ਤੁਸੀਂ ਕਹਿੰਦੇ ਹੋ ਕਿ ਇਹ ਅੰਗਰੇਜ਼ਾਂ ਨੇ ਆ ਕੇ ਡਿਵਾਈਡ ਐਂਡ ਰੂਲ, ਤਕਸੀਮ ਕਰਕੇ ਰਾਜ ਕੀਤਾ, ਪਰ ਅੰਗਰੇਜ਼ਾਂ ਨੇ ਤਾਂ ਹਿੰਦੂਤਵ ਤੋਂ ਰਾਜ ਇਹੋ ਜਿਹਾ ਸਿੱਖਿਆ ਸੀ। ਜਿਹੜੀ ਮਨੂ ਸਮ੍ਰਿਤੀ ਹੈ ਉਹ ਤਾਂ 4 ਹਿੱਸਿਆਂ ਦੇ ਵਿੱਚ ਸਮਾਜ ਨੂੰ ਵੰਡ ਦਿੰਦੀ ਹੈ, ਅਤੇ ਉਹੀ ਅੰਗਰੇਜ਼ਾਂ ਨੇ ਸਾਰੇ ਗ੍ਰੰਥ ਪੜ੍ਹ ਕੇ ਇਸ ਤਰ੍ਹਾਂ ਫਿਰ ਅਲੱਗ ਲੋਕਾਂ ਨੂੰ ਕਰਤਾ। ਪਰ ਇਹ ਗਲਤ ਗੱਲ ਹੈ ਕਿ ਅੰਗਰੇਜ਼ਾਂ ਨੇ ਕੀਤਾ, ਇਹ ਤਾਂ ਮਨੂ ਸਮ੍ਰਿਤੀ ਨੇ ਕੀਤਾ ਹੈਗਾ। ਫਿਰ
अपने कोई दुख तकलीफ नहीं होण देनी। फिर असीं सारिਆਂ ਨੂੰ इंसाफ देना, नौकरियां सारिਆਂ ਨੂੰ देवांगे, एजुकेशन कंपलसरी जरूरी हो जूगी सारिਆਂ ਦੇ ਲਈ। कोई पढ़ाई होगी 12वीं तक, ते जिहड़े रंगरेटे है गरीब है उतली पढ़ाई के लिए साडी सरकार स्कॉलरशिप ते कराऊगी। किसी नूं विहला नहीं रहन देना, किसी नूं बगैर नौकरी तो नहीं रहन देना हैगा। साडी नुमाइंदगी बिल्कुल घटाती है पंजाबियों की ते सिखां। सब्सक्राइब कीजिए हमारे चैनल को और बेल आइकॉन को दबाइए।